लोक पूरा प्रभ आराध्या पूरा जाका नाव नानक पूरा पाया पूरे के गुण गाओ। अष्टपदी। पूरे गुर का सुन उपदेश पार ब्रह्म निकट कर पेख सास सास सिमरहो गोबिंद मन अंतर की उतर चिंद आस अनित त्यागो तरंग संत जना की धूर मन मंग आप छोड़ बेनती करहो साध संग अगन सागर तरह ਆਸ ਅਨਿਤ। ਆਮ ਤੌਰ 'ਤੇ ਇੱਥੇ ਗਲਤੀ ਇਹ ਹੁੰਦੀ ਹੈ ਕਿ ਅਨਿਤ ਪੜ ਜਾਂਦੇ ਨੇ। ਅਨਿਤ ਭਾਵ ਨਾਸਵੰਤ ਪਦਾਰਥਾਂ ਦੀ ਜਿਹੜੀ ਆਸ ਹੈ। ਆਸ ਅਨਿਤ ਤਿਆਗਹੁ ਤਰੰਗ। ਅਨਿਤ ਪਾਠ ਨਹੀਂ ਇੱਥੇ ਕਰਨਾ, ਇਹ ਖਿਆਲ ਰਹੇ। आस अनित त्यागो तरंग संत जना की धूर मन मंग आप छोड़ बेनती करहो साध संग अगन सागर तरह हर धन के भर लेहो भंडार नानक गुर पूरे नमस्कार खेम कुशल सहज आनंद साध संग भज परमानंद नरक निवार उधार हो जियो गुण गोबिंद अमृत रस पियो चित चितवह नारायण एक एक रूप जाके रंग अनेक गोपाल दामोदर दीन दयाल दुख भंजन पूरन कृपाल सिमर सिमर नाम बारंबार नानक जी का यह आधार उत्तम श्लोक साध के वचन अमोलीक लाल एह रतन सुनत कमावत होत उधार आप तरह लोक है निस्तार सफल जीवन सफलता का संग जाकै मन लागा हर रंग जय जय शब्द अनाहद वाजै सुन सुन आनंद करे प्रभ गाजै प्रगटे गोपाल महात कै माथे नानक उधरे तिन कै साथे सरन जोग सुन सरनी आए कर कृपा प्रभ आप मिलाए सरन जोग सुन सरनी आए कर कृपा प्रभ आप मिलाए मिट गए बैर भये सब रेन अमृत नाम साध संग लैन सो प्रसन्न भये गुरुदेव पूर्ण होई सेवक की सेव आल जंजाल बेकार ते रहते राम नाम सुन रसना कहते कर प्रसाद दया प्रभ तहारी नानक निभही खेप हमारी प्रभ की उस्तत करहो संत मीत प्रभ की उस्तत करहो संत मीत सावधान एकाग्र चीत सुखमणि सहज गोबिंद गुण नाम जिस मन बसै सो होत निधान सर्व इच्छा ताकी पूरन होए प्रधान पुरख प्रगट सब लोए सब ते ऊच पाए अस्थान बहुर न होवै आवन जान हर धन खाट चलै जन सोए नानक जिसह प्राप्त होए खेम शांत रिद नव निद बुद्ध ज्ञान सर्व तह सिद्ध विद्या ताप जोग प्रभ ध्यान ज्ञान श्रेष्ठ उत्तम स्नान चार पदार्थ कमल प्रगास सब कै मद सगल ते उदास सुंदर चतुर तत् का बेता समदर्शी एक दृष्टेता एहे फल तिस जन कै मुख पहने गुर नानक नाम बचन मन सुने एहो निधान जपै मन कोय सब जुग मह ताकि गत होए गुण गोबिंद नाम धुन बाणी सिमरत शास्त्र वेद बखाणी सगल मतांत केवल हर नाम गोबिंद भगत कै मन विश्राम कोट अपराध साध संग मिटै संत कृपा ते जम ते छुटै जाकै मस्तक कर्म प्रभ पाए साध शरण नानक ते आए ਜਾਕੈ ਮਸਤਕ ਕਰਮ ਪ੍ਰਭ ਪਾਏ। ਆਮ ਤੌਰ 'ਤੇ ਸੁਣਨ ਦੇ ਵਿੱਚ ਆਉਂਦਾ ਹੈ ਜਾਕੈ ਮਸਤਕ ਕਰਮ ਪ੍ਰਭ ਪਾਏ। ਇੱਕ ਕੱਕਾ ਬਿਲਕੁਲ ਹੀ ਖਤਮ ਕਰ ਦਿੱਤਾ ਜਾਂਦਾ ਹੈ ਜਦੋਂ ਅਸੀਂ ਇਹਨਾਂ ਪੰਗਤੀਆਂ ਨੂੰ ਇਹਨਾਂ ਦੋਹਾਂ ਪੌੜੀਆਂ ਨੂੰ
ਚਾਲ ਵਿੱਚ ਤਰਨਮ ਦੇ ਵਿੱਚ ਇਉਂ ਕਹੀਏ ਕਿ ਕਾਵ ਵਿੱਚ ਪੜ੍ਹਦੇ ਹਾਂ ਤਾਂ ਉਸ ਵੇਲੇ ਇਹ ਇੱਕ ਕੱਕਾ ਬਿਲਕੁਲ ਹੀ ਵਿੱਚੋਂ ਲੁਪਤ ਹੋ ਜਾਂਦਾ ਹੈ। ਐਸਾ ਕਦੇ ਨਹੀਂ ਚਾਹੀਦਾ। ਪੂਰਾ ਉਚਾਰਨ ਸਪਸ਼ਟ ਤੌਰ 'ਤੇ ਗੁਰਬਾਣੀ ਦੇ ਲਫ਼ਜ਼ਾਂ ਦਾ ਕੀਤਾ ਜਾਵੇ। ਜਾ ਕੈ ਮਸਤਕ ਕਰਮ ਪ੍ਰਭ ਪਾਏ। ਮਸਤਕ ਕੱਕੇ ਨੂੰ ਸਿਹਾਰੀ ਵੀ ਹੈ, ਭਾਵ ਮੱਥੇ ਦੇ ਉੱਪਰ, ਅਤੇ ਕਰਮ ਦਾ ਕੱਕਾ ਮੁਕਤਾ ਹੀ ਆਉਣਾ ਹੈ। ਸੋ ਇਸ ਵਾਸਤੇ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਵਿੱਚੋਂ ਅੱਖਰ ਖਾਧਾ ਨਾ ਜਾਵੇ, ਪੂਰਾ ਅੱਖਰ ਬੋਲਿਆ ਜਾਵੇ। ਹਾਂਜੀ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ। ਜਿਸ ਮਨ ਬਸੈ ਸੁਨੈ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹਿ ਸਮਾਨੀ। ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਸੁਖਮਨੀ ਸਾਹਿਬ ਜੀ ਦਾ ਸੰਥਿਆ ਰੂਪ ਪਾਠ ਸੰਪੂਰਨ ਹੋਇਆ ਹੈ। ਪੋਥੀਆਂ ਸੰਤੋਖਦਿਆਂ ਹੋਇਆਂ ਨਾਲ ਬਚਨ ਵੀ ਆਪ ਜੀ ਸਰਵਣ ਕਰੋ। ਜਦੋਂ ਮਿਲ ਜੁਲ ਕੇ ਸੰਗਤ ਦੇ ਵਿੱਚ ਪਾਠ ਕੀਤਾ ਜਾਂਦਾ ਹੈ, ਵੱਖੋ ਵੱਖਰੇ ਦਿਨ ਆਪਣੀ ਸਹੂਲਤ ਮੁਤਾਬਕ ਸੰਗਤਾਂ ਨੇ ਰੱਖੇ ਹੁੰਦੇ ਨੇ। ਕਈ ਸੰਗਤਾਂ ਰੋਜ਼ਾਨਾ ਵੀ ਇੱਕ ਖਾਸ ਟਾਈਮ ਰੱਖ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦੀਆਂ ਨੇ। ਖਾਸ ਤੌਰ 'ਤੇ ਇਸ ਪੱਖ ਤੋਂ ਮਾਈਆਂ ਬੀਬੀਆਂ ਉੱਪਰ ਕਿਰਪਾ ਹੈ ਕਿ ਬੀਬੀਆਂ ਇਕੱਤਰ ਹੋ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਿਆਦਾਤਰ ਕਰਦੀਆਂ ਨੇ। ਇੱਕ ਪਿਛਲੇ ਸਮੇਂ ਤੋਂ ਚਾਲ ਜਹੀ ਆਰੰਭ ਹੋ ਗਈ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਣ ਤੋਂ ਜੋ ਅਗਲੀ ਬਾਣੀ ਥਿੱਤੀ ਹੈ, ਉਸ ਥਿੱਤੀ ਦੀਆਂ 2 ਪੌੜੀਆਂ ਦਾ ਪਾਠ ਕਰਨਾ। ਪਤਾ ਨਹੀਂ ਇਹ ਚਾਲ ਕਿਵੇਂ ਪ੍ਰਚਲਿਤ ਹੋ ਗਈ। ਬਾਣੀ ਤਾਂ ਭਾਈ ਜਿੰਨੀ ਵੀ ਪੜ੍ਹੀ ਜਾਵੇ ਓਨਾ ਹੀ ਫਾਇਦਾ ਹੈ, ਸਾਡਾ ਭਲਾ ਹੈ। ਪਰ ਜੇ ਇਹ ਸਮਝੀਏ ਕਿ ਸੁਖਮਨੀ ਸਾਹਿਬ ਜੀ ਤੋਂ ਬਾਅਦ 2 ਪੌੜੀਆਂ ਥਿੱਤੀ ਦੀਆਂ ਪੜ੍ਹਨੀਆਂ ਜ਼ਰੂਰੀ ਨੇ, ਤਾਂ ਇਹ ਬਹੁਤ ਵੱਡਾ ਭੁਲੇਖਾ ਹੈ ਅਤੇ ਬਿਲਕੁਲ ਹੀ ਗਲਤ ਗੱਲ ਹੈ। ਸੁਖਮਨੀ ਸਾਹਿਬ ਆਪਣੇ ਆਪ ਵਿੱਚ ਸੰਪੂਰਨ ਬਾਣੀ ਹੈ ਅਤੇ ਨਾਨਕ ਇਹ ਗੁਣ ਨਾਮ ਸੁਖਮਨੀ, ਇੱਥੇ ਇਸ ਦੀ ਸੰਪੂਰਨਤਾ ਹੋ ਜਾਂਦੀ ਹੈ। ਇਹ ਕਿਧਰੇ ਵੀ ਐਸੀ ਮਰਜ਼ਾਦਾ ਨਹੀਂ ਕਿ ਸੁਖਮਨੀ ਸਾਹਿਬ ਜੀ ਤੋਂ ਬਾਅਦ ਥਿੱਤੀ ਗੌੜੀ ਦੀਆਂ 2 ਪੌੜੀਆਂ ਪੜ੍ਹਦੀਆਂ ਨੇ। ਇਹ ਕੇਵਲ ਤੇ ਕੇਵਲ ਆਪਣੀ ਹੀ ਮਰਜ਼ੀ ਦੇ ਨਾਲ ਇਹ ਰਿਵਾਜ ਜਿਹਾ ਆਰੰਭ ਕਰ ਲਿਆ, ਔਰ ਸੰਗਤਾਂ ਦੇ ਇਸ ਰਿਵਾਜ ਨੂੰ ਤੱਕ ਕੇ ਕਈ ਗੁਟਕੇ ਛਾਪਣ ਵਾਲਿਆਂ ਨੇ ਵੀ ਸੁਖਮਨੀ ਸਾਹਿਬ ਜੀ ਦੇ ਗੁਟਕੇ ਦੇ ਉਪਰੰਤ ਪਾਠ ਸੰਪੂਰਨ ਹੋਣ ਤੋਂ ਇਹ 2 ਪੌੜੀਆਂ ਛਾਪ ਦਿੱਤੀਆਂ। ਇਹ ਕਦਾਚਿਤ ਵੀ ਠੀਕ ਨਹੀਂ। ਸੁਖਮਨੀ ਸਾਹਿਬ ਸੰਪੂਰਨ ਬਾਣੀ ਹੈ। ਜੇ ਆਪਾਂ ਥਿੱਤੀ ਗੌੜੀ ਪੜ੍ਹਦੇ ਵੀ ਹਾਂ ਤਾਂ ਸੰਪੂਰਨ ਕਿਉਂ ਨਾ ਪੜ੍ਹੀ ਜਾਵੇ, ਅੱਧੀ ਕਿਉਂ ਪੜ੍ਹੀ ਜਾਵੇ, 2 ਪੌੜੀਆਂ ਕਿਉਂ? ਕਹਿਣ ਤੋਂ ਭਾਵ ਕਿ ਲੋੜ ਨਹੀਂ। ਸੁਖਮਨੀ ਸਾਹਿਬ ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਇੱਥੇ ਸੰਪੂਰਨ ਹੋ ਜਾਂਦੀ ਹੈ। ਅਗਲੀ ਕੋਈ ਮਰਜ਼ਾਦਾ ਨਹੀਂ ਕਿ 2 ਪੌੜੀਆਂ ਅਗਲੀਆਂ ਨਾਲ ਥਿੱਤੀ ਗੌੜੀ ਦੀਆਂ ਪੜ੍ਹੀਆਂ ਜਾਣ। ਕਿਸੇ ਵਹਿਮ ਵਿੱਚ, ਕਿਸੇ ਭਰਮ ਦੇ ਵਿੱਚ ਨਹੀਂ ਪੈਣਾ। ਇਸ ਗੱਲ ਦਾ ਖਿਆਲ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਥਿੱਤੀ ਗੌੜੀ ਮਹੱਲਾ 5ਵਾਂ ਨਾਮ ਤੇ ਜੋ ਬਾਣੀ ਉਚਾਰਨ ਕੀਤੀ ਹੈ, ਜੋ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਔਰ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਚੰਦਰਮਾ ਦੇ ਹਿਸਾਬ ਨਾਲ ਮਹੀਨੇ ਦੇ 2 ਪੱਖ ਬਣਦੇ ਹਨ, ਇੱਕ ਵਧੀ ਦਾ, ਇੱਕ ਸੁਧੀ ਦਾ। ਉਹਦੇ ਵਿੱਚ ਜਿਹੜੀਆਂ 15 ਥਿੱਤਾਂ ਆਉਂਦੀਆਂ ਹਨ,
ਗੁਰੂ ਸਾਹਿਬ ਜੀ ਨੇ ਉਹਨਾਂ ਥਿੱਤਾਂ ਦੇ ਪ੍ਰਥਾਏ ਵੀ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਜਿਵੇਂ ਮਹਾਰਾਜ ਜੀ ਨੇ 12 ਮਾਹ ਉਚਾਰਨ ਕੀਤੇ ਹਨ, ਇਸੇ ਤਰ੍ਹਾਂ 7 ਵਾਰ ਵੀ ਅੱਗੇ ਆਪ ਜੀ ਨੇ ਸਰਵਣ ਕਰਨੇ ਨੇ ਵਾਰਾਂ ਬਾਰੇ। ਗੌੜੀ ਮਾਝ ਰਾਗ ਦੇ ਵਿੱਚ ਦਿਨ ਰੈਣ ਦਿਨ ਰਾਤ ਬਾਰੇ ਵੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਥਿੱਤਾਂ ਬਾਰੇ ਇਹ ਬਾਣੀ ਉਚਾਰਨ ਕੀਤੀ ਹੈ। ਹਰ ਇੱਕ ਥਿੱਤ 'ਤੇ ਪਰਮੇਸ਼ਰ ਦਾ ਨਾਮ ਜਪਣ ਦਾ ਫਲ ਦੱਸਿਆ ਹੈ। ਸੋ ਸਾਧ ਸੰਗਤ ਜੀ, ਹੁਣ ਅੱਜ ਥਿੱਤੀ ਗੌੜੀ ਤੋਂ ਇਹ ਬਾਣੀ ਆਰੰਭ ਹੋਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਗੌੜੀ ਦੀ ਵਾਰ ਉਚਾਰਨ ਕੀਤੀ, 2 ਵਾਰਾਂ, ਅੱਗੇ ਭਗਤਾਂ ਦੀ ਬਾਣੀ, ਇਹਦੇ ਵਿੱਚੋਂ ਆਪਾਂ ਸਾਰਿਆਂ ਨੇ ਧਿਆਨ ਦੇ ਨਾਲ ਵਿਸਰਾਮ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਆਉਣੀ ਹੈ, ਲੰਮੀਆਂ ਪੰਕਤੀਆਂ ਆਉਂਦੀਆਂ ਹਨ, ਇਹ ਵਿਸਰਾਮ ਜਿਹੜੇ ਹਨ ਉਹ ਨੋਟ ਕਰਨੇ ਹਨ। ਆਓ ਹੁਣ ਪਾਠ ਆਰੰਭ ਕਰੀਏ। ਸਾਧ ਸੰਗਤ ਜੀ, ਸੰਗਤ ਵਿੱਚੋਂ ਕੁਝ ਪ੍ਰੇਮੀਆਂ ਵੱਲੋਂ ਸਵਾਲ ਜੋ ਆਏ ਨੇ, ਸੁਖਮਨੀ ਸਾਹਿਬ ਵਿੱਚ ਆਪਾਂ ਕੱਲ੍ਹ ਸਤਿਗੁਰੂ ਮਹਾਰਾਜ ਜੀ ਕੇ ਪਰਮ ਪਵਿੱਤਰ ਉਪਦੇਸ਼ ਨੂੰ ਪੜ੍ਹਿਆ ਸੁਣਿਆ। ਸੰਗਤਾਂ ਨੇ ਵਿਸਰਾਮ ਵੀ ਸਰਵਣ ਕੀਤੇ, ਪਾਠਾਂ ਦਾ ਉਚਾਰਨ ਵੀ ਸਰਵਣ ਕੀਤਾ। 285 ਅੰਗ ਤੇ ਪੰਗਤੀ ਹੈ, ਜਿਨ ਬੂਝਿਆ ਤਿਸ ਆਇਆ ਸਵਾਦ। ਸੱਸਾ ਤੇ ਚਰਨਾਂ ਵਿੱਚ ਵੱਵਾ ਹੈ। ਇਹ ਸਵਾਦ ਪਾਠ ਨਹੀਂ ਹੋਵੇਗਾ, ਵੱਵੇ ਪੂਰੇ ਦਾ ਉਚਾਰਨ ਇੱਥੇ ਬਿਲਕੁਲ ਨਹੀਂ ਹੋਵੇਗਾ, ਸਵਾਦ ਪਾਠ ਹੋਵੇਗਾ। ਨਾ ਤਾਂ ਇਹ ਸੱਸੇ ਔਂਕੜ ਐੜੇ ਕੰਨਾ ਹੈ ਤੇ ਨਾ ਇਹ ਪੂਰਾ ਵੱਵਾ ਹੈ। ਜਿਨ ਬੂਝਿਆ ਤਿਸ ਆਇਆ ਤਿਨ ਆਇਆ ਸਵਾਦ। ਸਵਾਦ ਪਾਠ ਹੋਵੇਗਾ, ਸਵਾਦ ਨਹੀਂ। ਤੇ ਇਸੇ ਹੀ ਤਰ੍ਹਾਂ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਇੱਥੇ ਵੀ ਵਿਸ਼ਵਾਸ ਨਹੀਂ ਹੋਵੇਗਾ, ਵੱਵੇ ਪੂਰੇ ਦਾ ਉਚਾਰਨ ਨਹੀਂ ਹੋਵੇਗਾ। ਵੱਵਾ ਹੇਠਾਂ ਸੱਸੇ ਦੇ ਚਰਨ ਵਿੱਚ ਹੈ, ਵਿਸ਼ਵਾਸ ਨਹੀਂ, ਵਿਸ਼ਵਾਸ ਪਾਠ ਇਸ ਦਾ ਹੋਵੇਗਾ। ਇਸੇ ਤਰ੍ਹਾਂ ਕੱਲ੍ਹ ਹੋਰ ਇੱਕ ਸੰਗਤ ਵੱਲੋਂ ਆਈ ਸੀ, ਸ਼ਬਦਾਂ ਦੇ ਲਗਾ ਮਾਤਰਾ ਦੇ ਜਿਹੜੇ ਭੇਦ ਨੇ, ਕਿਆ ਤੇ ਕੀਆ, ਇਹਨਾਂ ਦੇ ਉਚਾਰਨਾਂ ਦਾ ਖਿਆਲ ਰੱਖਣਾ। ਕਿਆ ਦਾ ਅਰਥ ਹੈ ਕੀ ਤੇ ਕੀਆ ਦਾ ਅਰਥ ਹੈ ਕੀਤਾ, ਪਰ ਨਾਲ ਖਿਆਲ ਰਹੇ ਕਿਤੇ ਕਿਤੇ ਗੁਰਬਾਣੀ ਵਿੱਚ ਕੀਤਾ ਦੇ ਅਰਥ ਵਿੱਚ ਵੀ ਸਤਿਗੁਰੂ ਜੀ ਨੇ ਕਿਆ ਲਫ਼ਜ਼ ਕੱਕੇ ਸਿਹਾਰੀ ਵਰਤਿਆ ਹੈ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਉੱਥੇ ਅਰਥ ਇਹੀ ਹੈ ਵੀ ਕੀਤਾ ਨਹੀਂ ਜਾਣਿਆ, ਅਰਥ ਕੀਆ ਕਰਕੇ ਹੋਵੇਗਾ। ਪਰ ਸਤਿਗੁਰੂ ਜੀ ਨੇ ਕਿਆ ਨਾ ਜਾਣਿਆ ਕੱਕੇ ਸਿਹਾਰੀ ਲਿਖੀ ਹੈ, ਆਪਾਂ ਉਵੇਂ ਬੋਲਣਾ ਹੈ। ਅਨੇਕਾਂ ਹੀ ਅਲਫਾਜ਼ ਗੁਰਬਾਣੀ ਵਿੱਚ ਐਸੇ ਨੇ ਜਿਨ੍ਹਾਂ ਦਾ ਉਚਾਰਨ ਇੱਕੋ ਜਿਹਾ ਹੈ, ਜਿਨ੍ਹਾਂ ਦੇ ਲਿਖਣ ਦਾ ਤਰੀਕਾ ਇੱਕੋ ਜਿਹਾ ਹੈ, ਪਰ ਪ੍ਰਕਰਨ ਮੁਤਾਬਕ ਉਹਨਾਂ ਦੇ ਅਰਥ ਬਦਲ ਜਾਂਦੇ ਨੇ। ਉਚਾਰਨ ਵੀ ਭਾਵੇਂ ਉਹੀ ਹੈ, ਪਰ ਜੋ ਪ੍ਰਕਰਨ ਚੱਲ ਰਿਹਾ ਹੋਵੇ, ਜੋ ਸਬਜੈਕਟ ਚੱਲ ਰਿਹਾ ਹੋਵੇ, ਉਸ ਦੇ ਮੁਤਾਬਕ ਅਰਥ ਬਦਲਦੇ ਨੇ। ਕਿਆ ਤੇ ਕੀਆ ਜਿਵੇਂ ਜਿਵੇਂ ਲਿਖਿਆ ਤਿਵੇਂ ਤਿਵੇਂ ਪੜ੍ਹਨਾ ਹੈ। ਸੋ ਇਹ ਜਿਹੜੇ ਨਿਰਣੇ ਨੇ, ਇਹ ਫਰਕ ਜਿਹੜੇ ਨੇ ਚੇਤੇ ਰੱਖਣੇ। ਸੰਗਤ ਵੱਲੋਂ ਕੱਲ੍ਹ ਆ ਪਰਚੀ ਆਈ ਸੀ, ਸੋ ਇਹ ਬੇਨਤੀ ਕੀਤੀ ਹੈ। ਹਾਂਜੀ, ਆਓ ਥਿੱਤੀ ਬਾਣੀ ਦੀ ਆਰੰਭਤਾ ਹੋ ਰਹੀ ਹੈ। ਸਰਬੱਤ ਸੰਗਤਾਂ ਅੰਮ੍ਰਿਤ ਰੂਪ ਗੁਰਬਾਣੀ ਦੇ ਨਾਲ ਜੁੜਨ, ਆਪਣੀਆਂ ਧਿਆਨ ਬਿਰਤੀਆਂ ਨੂੰ ਗੁਰਚਰਨਾਂ ਵਿੱਚ ਟਿਕਾਈਏ, ਨਜ਼ਰਾਂ ਦਾ ਧਿਆਨ ਗੁਰਬਾਣੀ ਦੀਆਂ ਪੋਥੀਆਂ 'ਤੇ ਰੱਖੀਏ। ਕੰਨਾਂ ਰਾਹੀਂ ਸਤਿਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਕੇ ਪਾਠਾਂ ਦੇ ਉਚਾਰਨ ਨੂੰ, ਵਿਸ਼ਰਾਮਾਂ ਨੂੰ, ਭੇਦ ਨੂੰ ਸਮਝੀਏ ਔਰ ਆਪਣੇ ਜਿਹਨ ਵਿੱਚ ਵਸਾਉਣ ਦਾ ਯਤਨ ਕਰੀਏ। ਪਾਠ ਦੀ ਆਰੰਭਤਾ ਹੋ ਰਹੀ ਹੈ, ਆਓ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਿੱਤੀ ਗੌੜੀ ਮਹੱਲਾ ਪੰਜਵਾ। ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਲ ਥਲ ਵਹੀਅਲ ਪੂਰਿਆ ਸੁਆਮੀ ਸਿਰਜਨਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ। ਗੁਣ ਗੋਬਿੰਦ ਗੋਪਾਲ ਪ੍ਰਭ ਸਰਣ ਪਰੋ ਹਰ ਰਾਏ।
ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਚਾਰ ਕੋਟ ਦਹ ਦਿਸ ਭ੍ਰਮਿਓ ਤਿਸ ਬਿਨ ਅਵਰ ਨਾ ਕੋਏ। ਵੇਦ ਪੁਰਾਨ ਸਿਮਰਿਤ ਸੁਨੇ ਬਹੁ ਬਿਦ ਕਰੋ ਵਿਚਾਰ। ਪਤਤ ਉਦਾਹਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਦਾਤਾ ਭੁਗਤਾ ਦੇਨਹਾਰ ਤਿਸ ਬਿਨ ਅਵਰ ਨਾ ਜਾਏ। ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਸ਼ਲੋਕ ਕਰੋ ਬੰਦਨਾ ਅਨੇਕ ਵਾਰ ਸਰਨ ਪਰੋ ਹਰ ਰਾਏ। ਭ੍ਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਵ ਮਿਟਾਏ। ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ। ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ। ਮਰਨ ਮਿਟੈ ਜੀਵਨ ਮਿਲੈ ਬਿਨਸਹਿ ਸਗਲ ਕਲੇਸ। ਆਪ ਤਜਹੁ ਗੋਬਿੰਦ ਭਜਹੁ ਭਾਉ ਭਗਤ ਪਰਵੇਸ। ਲਾਭ ਮਿਲੈ ਟੋਟਾ ਹਿਰੈ ਹਰ ਦਰਗਹਿ ਪਤਵੰਤ। ਰਾਮ ਨਾਮ ਧਨ ਸੰਚਵੈ ਸਾਚ ਸਾਹ ਭਗਵੰਤ। ਊਠਤ ਬੈਠਤ ਹਰ ਭਜਹੁ ਸਾਧੂ ਸੰਗ ਪ੍ਰੀਤ। ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮ ਬਸੇ ਚੀਤ। ਸ਼ਲੋਕ ਤੀਨ ਵਿਆਪ ਹੈ ਜਗਤ ਕਉ ਤੁਰਿਆ ਪਾਵੈ ਕੋਇ। ਨਾਨਕ ਸੰਤ ਨਿਰਮਲ ਭਏ ਜੇਨ ਮਨ ਵਸਿਆ ਸੋਇ। ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ ਕਬ ਉਤਮ ਕਬ ਨੀਚ। ਨਰਕ ਸੁਰਗ ਭ੍ਰਮ ਤਉ ਘਣੋ ਸਦਾ ਸੰਘਾਰੈ ਮੀਚ। ਹਰਖ ਸੋਗ ਸਹਸਾ ਸੰਸਾਰ ਹਉ ਹਉ ਕਰਤ ਬਿਹਾਇ। ਜਿਨ ਕੀਏ ਤਿਸ ਹੈ ਨਾ ਜਾਣਨੀ ਚਿਤਵਹਿ ਅਨਕ ਉਪਾਇ। ਆਦ ਬਿਆਦ ਉਪਾਦ ਰਸ ਕਬਹੁ ਨਾ ਟੂਟੈ ਤਾਪ। ਥੋੜਾ ਜਿਹਾ ਜ਼ੋਰ ਲਾ ਕੇ ਧੱਦੇ ਦਾ ਉਚਾਰਨ। ਆਦ ਬਿਆਦ ਉਪਾਦ ਰਸ। ਆਦ ਬਿਆਦ ਪੋਲਾ ਨਾ ਰਹਿ ਜਾਵੇ ਉਚਾਰਨ ਵਿੱਚ। ਆਦ ਬਿਆਦ ਉਪਾਦ ਰਸ। ਆਦ ਬਿਆਦ ਉਪਾਦ ਰਸ ਕਬਹੁ ਨਾ ਟੂਟੈ ਤਾਪ। ਪਾਰ ਬ੍ਰਹਮ ਪੂਰਨ ਧਨੀ ਨਹਿ ਬੂਝੈ ਪਰਤਾਪ। ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ। ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਤੇਰੀ ਆਸ। ਸ਼ਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ। ਪੌੜੀ ਸਾਧ ਸੰਗਤ ਜੀ, ਇੱਥੇ ਇੱਕ ਨੋਟ ਕਰਨ ਵਾਲਾ ਨੁਕਤਾ ਸਾਹਮਣੇ ਆ ਰਿਹਾ ਹੈ ਕਿ ਜਿਹੜੀ ਤਿਥ ਮਹਾਰਾਜ ਜੀ ਨੇ ਉਚਾਰਨ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਜੋ ਸ਼ਲੋਕ ਹੁੰਦਾ ਹੈ ਉਹ ਵੀ ਉਹਨਾਂ ਅੱਖਰਾਂ ਵਿੱਚ ਹੀ ਮਹਾਰਾਜ ਜੀ ਉਚਾਰਨ ਕਰਦੇ ਨੇ। ਜਿਵੇਂ ਹੁਣ ਚਤੁਰਥੀ ਚੱਲੇਗੀ ਤਾਂ ਉਹਦੇ ਤੋਂ ਪਹਿਲਾਂ ਚੱਚਾ ਅੱਖਰ ਸ਼ਲੋਕ ਵਿੱਚ ਵੀ ਮਹਾਰਾਜ ਨੇ ਰੱਖਿਆ। ਅੱਗੇ ਪੰਚਮੀ 'ਚ ਪੱਪਾ ਅੱਖਰ ਸ਼ਲੋਕ ਵਿੱਚ ਵੀ ਮਹਾਰਾਜ ਰੱਖ ਰਹੇ ਹੈ। ਬੜੇ ਨਿਯਮ ਦੇ ਨਾਲ ਇਹ ਸਤਿਗੁਰੂ ਪਾਤਸ਼ਾਹ ਜੀ ਰਚਨਾ ਕਰ ਰਹੇ ਹੈ ਧੁਰ ਕੀ ਬਾਣੀ ਦੀ। ਹਾਂਜੀ। ਪੌੜੀ ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ। ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਨਰਕ ਨਿਵਾਰੈ ਦੁਖ ਹਰੈ ਟੂਟ ਹੈ ਅਨੇਕ ਕਲੇਸ਼। ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ਼। ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ। ਦੁਖ ਦਾਰਿਦ ਅਪਵਿੱਤਰਤਾ ਨਾਸ ਹੈ ਨਾਮ ਆਧਾਰ। ਸੁਰ ਨਰ ਮੋਨੇ ਜਨ ਖੋਜਤੇ ਸੁਖ ਸਾਗਰ ਗੋਪਾਲ। ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧਰਵਾਲ। ਸ਼ਲੋਕ ਪੰਜ ਵਿਕਾਰ ਮਨ ਮਹਿ ਬਸੇ ਰਾਚੇ ਮਾਇਆ ਰੰਗ। ਰਾਚੇ ਮਾਇਆ ਸੰਗ
ਪੰਜ ਬਿਕਾਰ ਮਨ ਮਹਿ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਪੌੜੀ ਪੰਚਮ ਪੰਚ ਪ੍ਰਧਾਨ ਤੇ, ਜਿਹ ਜਾਣਿਓ ਪਰਪੰਚ, ਕੁਸਮ ਬਾਸ ਬਹੁ ਰੰਗ ਘਣੋ, ਸਭ ਮਿਥਿਆ ਬਾਲ ਬੰਚ। ਬਾਲ ਬੰਚ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਇਸੇ ਤਰ੍ਹਾਂ ਨਿਖੇੜ ਕੇ ਕਰਨਾ ਜੀ। ਹਾਂਜੀ। ਨਹਿ ਜਾਪੈ ਨਹਿ ਬੂਝੀਐ, ਨਹਿ ਕਛ ਕਰਤ ਵਿਚਾਰ, ਸਵਾਦ ਮੋਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ। ਜਨਮ ਮਰਨ ਬਹੁ ਜੋਨ ਭ੍ਰਮਣ, ਕੀਨੇ ਕਰਮ ਅਨੇਕ, ਰਚਨਹਾਰ ਨਹਿ ਸਿਮਰਿਓ, ਮਨ ਨਾ ਵਿਚਾਰ ਵਿਵੇਕ। ਭਾਉ ਭਗਤ ਭਗਵਾਨ ਸੰਗ, ਮਾਇਆ ਲਿਪਤ ਨਾ ਰੰਚ, ਨਾਨਕ ਬਿਰਲੇ ਪਾਈਐ, ਜੋ ਨਾ ਰਚਹਿ ਪਰਪੰਚ। ਸ਼ਲੋਕ ਖਟ ਸ਼ਾਸਤਰ ਊਚਾਉ ਕਹਿ, ਅੰਤ ਨ ਪਾਰਾਵਾਰ, ਭਗਤ ਸੋਹੈ ਗੁਣ ਗਾਵਤੇ, ਨਾਨਕ ਪ੍ਰਭ ਕੈ ਦੁਆਰ। ਪੌੜੀ ਖਸਟਮ ਖਟ ਸ਼ਾਸਤਰ ਕਹਿ, ਸਿਮ੍ਰਿਤ ਕਥੈ ਅਨੇਕ, ਊਤਮ ਊਚਾਉ ਪਾਰ ਬ੍ਰਹਮ, ਗੁਣ ਅੰਤ ਨ ਜਾਣਹਿ ਸੇਖ। ਨਾਰਦ ਮੋਨੇ ਜਾਨ ਸੋਕ ਬਿਆਸ, ਜਸ ਗਾਵਤ ਗੋਵਿੰਦ, ਰਸ ਗੀਦੇ ਹਰ ਸਿਓ ਬੀਦੇ, ਭਗਤ ਰਚੇ ਭਗਵੰਤ। ਮੋਹ ਮਾਨ ਭ੍ਰਮ ਬਿਨਸਿਓ, ਪਾਈ ਸਰਣ ਦਇਆਲ, ਚਰਨ ਕਮਲ ਮਨ ਤਨ ਬਸੇ, ਦਰਸ਼ਨ ਦੇਖ ਨਿਹਾਲ। ਲਾਭ ਮਿਲੈ ਟੋਟਾ ਹਿਰੈ, ਸਾਧ ਸੰਗ ਲਿਵ ਲਾਏ, ਖਾਟ ਖਜ਼ਾਨਾ ਗੁਣ ਨਿਧ ਹਰੇ, ਨਾਨਕ ਨਾਮ ਧਿਆਏ। ਸ਼ਲੋਕ ਸੰਤ ਮੰਡਲ ਹਰ ਜਸ ਕਥੈ, ਬੋਲਹਿ ਸਤ ਸੁਭਾਏ, ਨਾਨਕ ਮਨ ਸੰਤੋਖੀਐ, ਏਕਸ ਸਿਓ ਲਿਵ ਲਾਏ। ਪੌੜੀ ਸਪਤਮ ਸੰਚ ਹੋ ਨਾਮ ਧਨ, ਟੂਟ ਨਾ ਜਾਹੇ ਭੰਡਾਰ, ਸੰਤ ਸੰਗਤ ਮਹਿ ਪਾਈਐ, ਅੰਤ ਨ ਪਾਰਾਵਾਰ। ਆਪ ਤਜਹੁ ਗੋਬਿੰਦ ਭਜਹੁ, ਸਰਣ ਪਰਹੁ ਹਰ ਰਾਏ, ਦੂਖ ਹਰੈ ਭਵ ਜਲ ਤਰੈ, ਮਨ ਚਿੰਦਿਆ ਫਲ ਪਾਏ। ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪਰਵਾਣ, ਅੰਤਰ ਬਾਹਰ ਸਦਾ ਸੰਗ, ਕਰਨੈ ਹਾਰ ਪਛਾਣ। ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ, ਨਾਨਕ ਤਿਸ ਬਲਿਹਾਰਣੈ, ਹਰ ਹਰ ਨਾਮ ਜਪੇ। ਸ਼ਲੋਕ ਆਠ ਪਹਿਰ ਗੁਣ ਗਾਈਐ, ਤਜੀਐ ਅਵਰ ਜੰਜਾਲ, ਜਮ ਕੰਕਰ ਜੋਹੇ ਨਾ ਸਕਈ, ਨਾਨਕ ਪ੍ਰਭੂ ਦਇਆਲ। ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਦਰ ਮੰਤ। ਸਗਲ ਧਰਮ ਪਵਿੱਤਰ ਇਸਨਾਨ, ਸਭ ਮਹਿ ਊਚ ਵਿਸੇਖ ਗਿਆਨ, ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਤਰੀਐ ਨਾਨਕ ਨਾਮ ਹਰ ਰੰਗ। ਸ਼ਲੋਕ ਨਾਰਾਇਣ ਨਹਿ ਸਿਮਰਿਓ, ਮੋਹਿਓ ਸਵਾਦ ਬਿਕਾਰ, ਨਾਨਕ ਨਾਮ ਬਿਸਾਰਿਐ, ਨਰਕ ਸੁਰਗ ਅਵਤਾਰ। ਪੌੜੀ ਨੌਮੀ ਨਵੇ ਛਿਦਰ ਅਪਵੀਤ, ਹਰ ਨਾਮ ਨ ਜਪਹਿ ਕਰਤ ਵਿਪਰੀਤ, ਪਰ ਤ੍ਰਿਯ ਰਮਹਿ ਬਕਹਿ ਸਾਧ ਨਿੰਦ, ਕਰਨ ਨ ਸੁਨਹੀ ਹਰ ਜਸ ਬਿੰਦ। ਹਿਰਹਿ ਪਰ ਦਰਬ ਉਦਰ ਕੈ ਤਾਈ, ਅਗਨ ਨ ਨਿਵਰੈ ਤ੍ਰਿਸ਼ਨਾ ਨ ਬੁਝਾਈ, ਹਰ ਸੇਵਾ ਬੁਝਾਈ। ਅਗਨ ਨ ਨਿਵਰੈ ਤ੍ਰਿਸ਼ਨਾ ਨ ਬੁਝਾਈ, ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ। ਸ਼ਲੋਕ ਦਹਿ ਦਿਸ ਖੋਜਤ ਮੈਂ ਫਿਰਿਓ, ਜਤ ਦੇ ਵਾਹਿਗੁਰੂ ਵਾਹਿਗੁਰੂ। ਦਹਿ ਦਿਸ 10 ਦਿਸ, 10 ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਪੌੜੀ
ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਕਰਨੀ ਸੁਨੀਐ ਜਸ ਗੋਪਾਲ, ਨੈਣੀ ਪੇਖਤ ਸਾਧ ਦਇਆਲ। ਰਸਨਾ ਗੁਣ ਗਾਵੈ ਬੇਅੰਤ, ਮਨ ਮਹਿ ਚਿਤਵੈ ਪੂਰਨ ਭਗਵੰਤ। ਹਸਤ ਚਰਨ ਸੰਤ ਟਹਿਲ ਕਮਾਈਐ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ। ਸ਼ਲੋਕ ਏਕੋ ਏਕ ਬਖਾਨੀਐ, ਬਿਰਲਾ ਜਾਣੈ ਸੁਆਦ। ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਬਿਸਮਾਦ। ਪੌੜੀ। ਇੱਥੇ ਫੇਰ ਪਾਠ ਦਾ ਉਹੀ ਰੂਪ ਆਇਆ ਜੋ ਆਰੰਭ ਵਿੱਚ ਬੇਨਤੀ ਕੀਤੀ ਸੀ। ਸੱਸੇ ਦੇ ਹੇਠਾਂ ਚਰਨ ਵਿੱਚ ਅੱਧਾ ਵਊਆ ਹੈ। ਸਵਾਦ ਨਹੀਂ ਹੋਵੇਗਾ, ਉਹ ਪੂਰਾ ਵਵੇ ਦਾ ਉਚਾਰਨ ਨਹੀਂ ਹੋਣਾ, ਇਸ ਦਾ ਉਚਾਰਨ ਸਵਾਦ ਹੋਵੇਗਾ, ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਹੈ। ਹਾਂਜੀ। ਪੌੜੀ। ਏਕਾਦਸੀ ਨਿਕਟ ਪੇਖੋ ਹਰ ਰਾਮ। ਏਕਾਦਸੀ, ਇਕਾਦਸ਼ੀ ਤਿਥ ਹੁੰਦੀ ਹੈ ਨਾ, ਸਤਿਗੁਰਾਂ ਨੇ ਈੜੀ ਨੂੰ ਸਿਹਾਰੀ ਦੀ ਥਾਂ ਇੱਥੇ ਲਾਮ ਲਾਈ ਹੈ। ਲਾਮ ਦਾ ਉਚਾਰਨ ਕਰਕੇ ਹੀ ਪਾਠ ਕਰਾਂਗੇ ਏਕਾਦਸੀ। ਏਕਾਦਸੀ ਵੱਖਰਾ ਵੱਖਰਾ ਨਹੀਂ ਕਰਨਾ। ਏਕਾਦਸੀ ਨਿਕਟ ਪੇਖੋ ਹਰ ਰਾਮ। ਹਾਂਜੀ। ਏਕਾਦਸੀ ਨਿਕਟ ਪੇਖੋ ਹਰ ਰਾਮ। ਇੰਦਰੀ ਬਸ ਕਰ ਸੁਣਹੁ ਹਰ ਨਾਮ। ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਬਰਤ ਸੰਪੂਰਨ ਭਇਆ। ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸੁਧ ਜਪਤ ਹਰ ਨਾਏ। ਸਭ ਮਹਿ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਸ਼ਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ। ਨਾਨਕ ਪ੍ਰਭ ਸਿਓ ਮਿਲ ਰਹੇ, ਬਿਨਸੇ ਸਗਲ ਜੰਜਾਲ। ਪੌੜੀ। ਦੁਆਦਸੀ ਦਾਨ ਨਾਮ ਇਸਨਾਨ, ਹਰ ਕੀ ਭਗਤ ਕਰਹੁ ਤਜ ਮਾਨ। ਹਰ ਅੰਮ੍ਰਿਤ ਪਾਨ ਕਰਹੁ ਸਾਧ ਸੰਗੈ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਕੋਮਲ ਬਾਣੀ ਸਭ ਕਉ ਸੰਤੋਖੈ, ਪੰਚ ਭੂ ਆਤਮਾ ਹਰ ਨਾਮ ਰਸ ਪੋਖੈ। ਗੁਰ ਪੂਰੇ ਤੇ ਇਹ ਨਿਹਚਉ ਪਾਈਐ, ਨਾਨਕ RAM ਰਮਤ ਫਿਰ ਜੋਨ ਨਾ ਆਈਐ। ਉੱਪਰ ਪੰਕਤੀ ਆਈ, ਹਰ ਅੰਮ੍ਰਿਤ ਪਾਨ ਕਰਹੁ ਸਾਧ ਸੰਗ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਕੀਰਤਨ ਉਚਾਰਨ ਵੱਲ ਖਿਆਲ ਰੱਖੋ, ਕੀਰਤਨ ਪਾਠ ਨਹੀਂ ਕਰਨਾ। ਕੀਰਤਨ ਹੈ ਕੱਕੇ ਬਿਹਾਰੀ ਹੈ, ਇਹ ਉਚਾਰਨ ਦੀ ਸ਼ੁੱਧਤਾ ਵੱਲੇ ਖਿਆਲ ਰੱਖਣਾ। ਹਾਂਜੀ। ਸ਼ਲੋਕ ਤੀਨ ਗੁਣਾ ਮਹਿ ਵਿਆਪਿਆ, ਪੂਰਨ ਹੋਤ ਨਾ ਕਾਮ। ਪਤਤ ਉਦਾਹਰਣ ਮਨ ਬਸੈ, ਨਾਨਕ ਛੂਟੈ ਨਾਮ। ਪੌੜੀ। ਤ੍ਰੌਦਸੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ। ਹਰ ਹਰ ਭਜਨ ਨਾ ਮਨ ਮਹਿ ਆਇਓ, ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਹਰਖ ਸੋਗ ਕਾ ਦੇਹ ਕਰ ਬਾਧਿਓ, ਦੀਰਗ ਰੋਗ ਮਾਇਆ ਆਸਾਧਿਓ। ਦਿਨਹਿ ਬਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਪ੍ਰੜਾਇਓ। ਹਰ ਬਿਸਰਤ ਹੋਵਤ ਇਹ ਹਾਲ, ਸਰਨ ਨਾਨਕ ਪ੍ਰਭ ਪੁਰਖ ਦਇਆਲ। ਸ਼ਲੋਕ ਚਾਰ ਕੁੰਟ 14 ਭਵਨ, ਸਗਲ ਵਿਆਪਤ RAM। ਨਾਨਕ ਊਨ ਨਾ ਦੇਖੀਐ, ਪੂਰਨਤਾ ਕੇ ਕਾਮ। ਪੌੜੀ। 14 ਚਾਰ ਕੁੰਟ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ ਸਭ ਮਹਿ ਪ੍ਰਭ ਪੇਖ। ਜਾਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤਹ ਬਸਹਿ ਦਇਆਲ। ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਸ਼ਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ। ਸੰਤ ਪ੍ਰਸਾਦੀ ਭੈ ਮਿਟੇ, ਨਾਨਕ ਬਿਨਸੀ ਚਿੰਦ। ਪੌੜੀ।
ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ टूटे बंधन बहु बेकार सफल पूरनता के काम दुर्मत मिटी हौ मैं छुटी सिमरत हर को नाम शरण गही पार ब्रह्म की मिटया आवा गवन आप तरया को टांब स्यो गुण गोबिंद प्रभ रवन ਗੱਗੇ ਨੂੰ ਔਂਕੜ ਹੈ ਗੁਣ ਗੋਬਿੰਦ ਪ੍ਰਭ ਰਵਨ गुण गोबिंद प्रभ रवन हर की टहल कमावणी जपिया प्रभ का नाम गुर पूरे ते पाया नानक सुख विश्राम श्लोक पूरन कबहो न डोलता पूरा किया प्रभ आप दिन दिन चढ़ै सुआया नानक होत ना घाट पौड़ी पूरनमा पूरन प्रभ एक करण कारण समरथ जी जंत दयाल पुरख सब ऊपर जा का हाथ गुण निधान गोबिंद गुर किया जा का होए अंतर जामी प्रभ सुजान अलख निरंजन सोए पार ब्रह्म परमेश्वरो सब विद जानन हार संत सहाई सरन जोग आठ पहर नमस्कार अकाथ कथा नह बूझिय सिमरहो हर के चरण पतत उदाहरण अनाथ नाथ नानक प्रभ की शरण।